तही प्रकाश हमारा भयो, पटना शहर विखे पव लियो। सरबंस दानी, पुत्रां दे दानी, पूरा परिवार वारन वाले, संत सिपाही आपे गुरचेला, साहिबे कमाल, धन धन श्री गुरु गोबिंद सिंह जी दे प्रकाश पुरब दी सब तो पहला समूह संगत दे रूप विच बैठे आप सब नूं बहुत बहुत वधाइयां, बहुत बहुत मुबारकां। प्रोग्राम गल्लां ते गीत, मैं हां नवजोत कौर। जदों भी कोई अदुੱਤੀ शख्सियत इस दुनिया ते आउंदी है, अपने नाल कुछ टीचे लैके आउंदी है। सब्बे सांझी वाल सदायन, कोई ना दीसै बाहरा जियो। जदों भी सानूं ये लगदा है भी बहुत ज़्यादा हद हो गई जाबर दी ते उहदे जुल्म दी, उस वेले कोई ना कोई अजिही लिशकोर, कोई ना कोई अजिहा चानण एक रहबर दे रूप विच, एक वली औलीए पीर पैगंबर दे रूप विच जन जन दा घर घर दा कल्याण करन दे लई एक अजिही शख्सियत दा सुभावक है दुनिया दे उत्ते प्रकाश धारना। पटना साहिब दी ओह पवित्र धरती जिथे अज दे दिन श्री गुरु तेग बहादुर जी ते माता गुजरी जी दे घर श्री गुरु गोबिंद सिंह जी ने प्रकाश लिया। समुच्चा जीवन किहड़े किहड़े पड़ावां तो लंघिया, की उन्हां दे आदर्श रहे, किहो जी शख्सियत ते एक विलक्षण अदुੱਤੀ शख्सियत दे ओह मालक ने। अज दे प्रोग्राम गल्लां ते गीत विच विचार चर्चा करांगे उन्हां दी पूरी दी पूरी फिलासफी बारे, उन्हां दी विलक्षण शख्सियत बारे। माहिर मेहमान इस वेले साडे स्टूडियो दे विच तशरीफ फरमा ने, आओ तुहानूं जाणू कराउने आ जी उन्हां दे नाल डॉक्टर प्रितपाल सिंह, उप कुलपति वाइस चांसलर श्री गुरु ग्रंथ साहिब वर्ल्ड यूनीवर्सिटी फतेहगढ़ साहिब तो। सर बहुत बहुत स्वागत तुहाडा स्टूडियो च आउण ते। सब तो पहलां साहिबे कमाल दे इस प्रकाश पुरब दियां तुहानूं भी बहुत बहुत मुबारकां। मैं समूह संगत नूं, समूह दर्शकां नूं श्री गुरु गोबिंद सिंह जी दे प्रकाश पुरब दी लख लख बधाई दिंदा हाँ। साडे वास्ते ये सुभागा समा है कि असी जिस तरह के गुरबाणी दा फरमान है, बाबाणियाँ कहाणियाँ पुत सपुत करेन, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ, ਆਪਣੇ ਗੁਰੂਆਂ ਦੇ ਜੀਵਨ ਬਾਰੇ ਜਾਣਨ ਦੀ ਇੱਛਾ ਪੈਦਾ ਕਰੀਏ। ਤਾਂ ਉਸੇ ਸੰਦਰਭ ਦੇ ਵਿੱਚ ਅੱਜ ਇਹ ਪ੍ਰੋਗਰਾਮ ਜਿਹੜਾ ਆ ਇਹ ਦੂਰਦਰਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਹੈ ਜੀ। ਡਾਕਟਰ ਸਾਹਿਬ, ਜਨਮ ਦੀ ਬਿਰਤਾਂਤ ਦੀ ਉਸ ਵੇਲੇ ਦੀ ਇੱਕ ਸਾਖੀ ਦੇ ਰੂਪ ਵਿੱਚ ਸ਼ੁਰੂਆਤ ਕਰਦੇ ਹਾਂ ਵੀ ਜਦੋਂ ਉਹਨਾਂ ਨੇ ਆਪਣਾ ਅਵਤਾਰ ਲਿਆ ਪਟਨਾ ਸਾਹਿਬ ਦੀ ਉਹ ਪਵਿੱਤਰ ਧਰਤੀ 'ਤੇ, ਉਸ ਵੇਲੇ ਦਾ ਮਾਹੌਲ ਕਿਹੋ ਜਿਹਾ ਸੀ, ਉਸ ਵੇਲੇ ਦਾ ਆਲਾ ਦੁਆਲਾ ਕਿਹੋ ਜਿਹਾ ਸੀ? ਜਦੋਂ ਅਸੀਂ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਮੌਕੇ ਦੀ, ਉਸ ਵੇਲੇ ਭਾਰਤ ਵਿੱਚ ਮੁਗਲਾਂ ਦਾ ਰਾਜ ਸੀ, ਸਭ ਪਾਸੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਹਨੇਰੀ ਚੱਲ ਰਹੀ ਸੀ। ਤਾਂ ਉਸ ਸਮੇਂ ਗੁਰੂ ਸਾਹਿਬ ਦਾ ਪਰਿਵਾਰ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਪਟਨਾ ਸਾਹਿਬ ਵਿਖੇ ਨਿਵਾਸ ਕਰ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਿਨਾਂ ਵਿੱਚ ਬੰਗਾਲ ਦੀ ਯਾਤਰਾ 'ਤੇ ਸਨ, ਜੋ ਕਿ ਅੱਜ ਕੱਲ੍ਹ ਬੰਗਲਾਦੇਸ਼ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਸ ਸਮੇਂ ਹੁੰਦਾ ਹੈ ਤਾਂ ਉਸ ਸਮੇਂ ਦੀ ਇੱਕ ਸਾਖੀ ਮੈਂ ਸੰਗਤ ਨੂੰ ਸੁਣਾਉਣੀ ਚਾਹਾਂਗਾ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਮੈਨੂੰ ਪਟਨਾ ਸਾਹਿਬ ਜਾਣ ਦਾ ਮੌਕਾ ਮਿਲਿਆ। ਤਾਂ ਉੱਥੇ ਜੋ ਬਿਹਾਰ ਦੀ ਸਰਕਾਰ ਸੀ ਉਸਨੇ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਬਚਪਨ ਦਾ ਸਮਾਂ ਸੀ ਉਹਦੇ ਸੰਬੰਧਿਤ ਇੱਕ ਡਾਕੂਮੈਂਟਰੀ ਤਿਆਰ ਕੀਤੀ, ਜੋ ਕਿ ਉੱਥੋਂ ਦੀ ਓਰਲ ਹਿਸਟਰੀ ਪੀੜ੍ਹੀ ਦਰ ਪੀੜ੍ਹੀ ਜੋ ਚੱਲਦੀ ਆ ਰਹੀ ਹੈ, ਵਿਰਾਸਤ ਉੱਥੋਂ ਆ ਰਹੀ ਹੈ। ਤਾਂ ਉਹਦੇ ਵਿੱਚ ਮੈਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਮੈਂ ਇਤਿਹਾਸ ਵਿੱਚ ਵੀ ਪੜ੍ਹਿਆ ਹੈ ਕਿ ਪੀਰ ਭੀਖਮ ਸ਼ਾਹ ਜੋ ਕਿ ਇੱਕ ਮੁਸਲਮਾਨ ਫਕੀਰ ਸਨ, ਜਿਸ ਦਿਨ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤਾਂ ਉਹ ਪੂਰਬ ਵੱਲ ਸਜਦਾ ਕਰਦੇ ਹਨ। ਆਮ ਤੌਰ 'ਤੇ ਮੁਸਲਮਾਨ ਮੱਕੇ ਵੱਲ ਪੱਛਮ ਦੀ ਵੱਲ ਸਜਦਾ ਕਰਦੇ ਹਨ, ਪਰ ਉਸ ਦਿਨ ਉਹ ਪੂਰਬ ਵੱਲ ਸਜਦਾ ਕਰਦੇ ਹਨ। ਤਾਂ ਉਹਨਾਂ ਦੇ ਮੁਰੀਦ ਜੋ ਹਨ ਉਹ ਪੁੱਛਦੇ ਹਨ ਕਿ ਅੱਜ ਪੂਰਬ ਵੱਲ ਸਜਦਾ ਕਿਉਂ ਕਰ ਰਹੇ ਹੋ? ਤਾਂ ਪੀਰ ਭੀਖਮ ਸ਼ਾਹ ਦੱਸਦੇ ਹਨ ਕਿ ਅੱਲਾ ਦਾ ਨੂਰ ਦਾ ਪ੍ਰਕਾਸ਼ ਪੱਛਮ ਵਿੱਚ ਹੋਇਆ ਹੈ, ਪੂਰਬ ਵਿੱਚ ਹੋਇਆ ਹੈ, ਇਸ ਕਰਕੇ ਅੱਜ ਅਸੀਂ ਪੂਰਬ ਵੱਲ ਸਜਦਾ ਕਰ ਰਹੇ ਹਾਂ ਜੀ। ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਚੱਲ ਪੈਂਦੇ ਹਨ ਤੇ ਜਦੋਂ ਗੁਰੂ ਸਾਹਿਬ ਦੀ ਉਮਰ 3.5 ਮਹੀਨੇ ਦੀ ਹੁੰਦੀ ਹੈ ਤਾਂ ਉਹ ਪਟਨਾ ਸਾਹਿਬ ਵਿਖੇ ਪਹੁੰਚਦੇ ਹਨ ਜੀ। ਤਾਂ ਉਹਨਾਂ ਦੇ ਮਨ ਵਿੱਚ ਇੱਕ ਫੁਰਨਾ ਆਉਂਦਾ ਹੈ ਕਿ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ ਜਾਣੀਏ ਕਿ ਉਹਨਾਂ ਦਾ ਝੁਕਾਅ ਹਿੰਦੂਆਂ ਵੱਲ ਹੈ ਜਾਂ ਮੁਸਲਮਾਨਾਂ ਵੱਲ। ਤਾਂ ਉਹ ਆਪਣੇ ਕੋਲ 2 ਕੁੱਜੀਆਂ ਲੈ ਕੇ ਜਾਂਦੇ ਹਨ ਤੇ ਮਨ ਵਿੱਚ ਧਾਰ ਲੈਂਦੇ ਹਨ ਕਿ ਦੇਖਣਾ ਹੈ ਕਿ ਗੁਰੂ ਸਾਹਿਬ ਜਿਹੜੀ ਆ ਕਿਸ ਕੁੱਜੀ ਤੇ ਹੱਥ ਰੱਖਦੇ ਹਨ। ਉਹ ਮਨ ਵਿੱਚ ਧਾਰ ਲੈਂਦੇ ਹਨ ਕਿ ਇੱਕ ਕੁੱਜੀ, ਇਹ ਕੁੱਜੀ ਜੋ ਹੈ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਦੂਜੀ ਕੁੱਜੀ ਹੈ ਜੋ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਜੋ ਕੁੱਜੀਆਂ ਗੁਰੂ ਸਾਹਿਬ ਅੱਗੇ ਕਰਦੇ ਹਨ ਤਾਂ ਬਾਲ ਗੋਬਿੰਦ ਰਾਏ ਦੋਨੇ ਕੁੱਜੀਆਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੰਦੇ ਹਨ। ਤਾਂ ਉੱਥੋਂ ਪੀਰ ਭੀਖਮ ਸ਼ਾਹ ਬਹੁਤ ਖੁਸ਼ ਹੁੰਦੇ ਹਨ
ਤੇ ਕਹਿੰਦੇ ਹਨ ਕਿ ਅੱਜ ਮੈਨੂੰ ਅਹਿਸਾਸ ਹੋਇਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਸਾਰੀ ਮਨੁੱਖਤਾ ਦੇ ਰਹਿਬਰ ਹੋਣਗੇ, ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਗੇ ਜੀ। ਸੋ ਇਹ ਜੋ ਸਾਖੀ ਹੈ ਅੱਜ ਵੀ ਬਿਹਾਰ ਦੇ ਵਿੱਚ ਸੰਗਤ ਦੇ ਵਿੱਚ ਪ੍ਰਚਲਿਤ ਹੈ। ਉਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈ ਇਹ ਸਾਖੀ ਜਿਹੜੀ ਆ ਇਹ ਚੱਲ ਰਹੀ ਹੈ ਤੇ ਉਸ ਚੀਜ਼ ਨੂੰ ਪ੍ਰਤੱਖ ਰੂਪ ਦੇ ਵਿੱਚ ਅਸੀਂ ਦੇਖਿਆ ਵੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਧਰਮ ਨਾਲ ਬੈਰ ਵਿਰੋਧ ਨਹੀਂ ਰੱਖਿਆ तो सारे धर्मां दे सांझे रहबर सन जी। बहुत खूब। ऐसा पीर पैगंबर जिन्हें ये नहीं सोचा कि मैं किसी एक फिरके या किसी एक जात या किसी एक धर्म का होना, सभे सांझी वाल सदायन भी वो सारी सांझी वालता का सुनेहा देने वास्ते पहली पातशाही तो लैके ते असीं 10वीं पातशाही तक पहुँचे। गुरु गोबिंद सिंह जी के बचपन तो बाद उन्होंने सिक्ख्या जिथे 9 पातशाहियां की गल आउंदी है, जिथे उन्हों का जिक्र आउंदा है भी उन्होंने बड़े सदाचारी ते बाणी वाले पासे बाणी की रचना भी की, लोगों नूं बहुत अजिहे राह ते तोरिया भी सदाचार दे नाल उस परमात्मा की बंदगी दे नाल असीं उस राहे जाइए। गुरु गोबिंद सिंह जी की जीवनी दे विच शस्त्र ते शास्त्र ये दोवां दा एक बा कमाल जोड़ दिखदा है। गुरु साहब की जो बचपन की सिक्ख्या सी गुरु तेग बहादुर साहब ने उन्होंने आनंदपुर साहब दे विच प्रबंध किया सी तां गुरु साहब नूं पंजाबी भाषा का, बिहारी भाषा का, संस्कृत भाषा का, फारसी ते उर्दू सारियां भाषावां का ज्ञान सी ते जिस तरह असीं देखते हैं कि गुरु अर्जन देव जी की शहादत हुंदी है तां गुरु अर्जन देव जी वो पहलां ही भांप के गुरु हरगोबिंद साहब नूं शस्त्र ते शास्त्र दोनों सिक्ख्यावां दिंदे हन ते इसी तरह गुरु तेग बहादुर साहब गुरु गोबिंद सिंह जी की जो सिक्ख्या का प्रबंध करते हैं ਤਾਂ ਜਿੱਥੇ ਉਹਨਾਂ ਨੂੰ ਸ਼ਾਸਤਰਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਦੀ ਸ਼ਸਤਰ ਵਿਦਿਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਤੇ ਬਚਪਨ ਤੋਂ ਹੀ ਗੁਰੂ ਸਾਹਿਬ ਨੂੰ ਘੋੜਸਵਾਰੀ ਦਾ ਸ਼ੌਕ ਸੀ ਤੇ ਪਟਨਾ ਸਾਹਿਬ ਦੇ ਵਿੱਚ ਵੀ ਮਸ਼ਹੂਰ ਹੈ ਕਿ ਜਦੋਂ ਬਹੁਤ ਉਹ ਛੋਟੇ ਸਨ, ਬਾਲ ਅਵਸਥਾ ਵਿੱਚ ਸਨ, ਤਦ ਵੀ ਉਹ ਆਪਣੇ ਸਾਥੀਆਂ ਦੀਆਂ ਟੋਲੀਆਂ ਬਣਾ ਕੇ ਯੁੱਧਾਂ ਵਾਲੀ ਜੋ ਅਭਿਆਸ ਆ ਉਹ ਕਰਿਆ ਕਰਦੇ ਸਨ। ਸੋ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਆ ਉਹਨਾਂ ਦੀ ਉਹ ਬਚਪਨ ਤੋਂ ਹੀ ਉਹਨਾਂ ਦੀ ਬਿਰਤੀ ਵੀ ਇਸ ਤਰ੍ਹਾਂ ਦੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਸਿੱਖਿਆ ਦਾ ਵੀ ਇਸ ਤਰ੍ਹਾਂ ਪ੍ਰਬੰਧ ਕੀਤਾ ਸੀ ਤਾਂ ਜੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਸਤਰਧਾਰੀ ਹੋ ਕੇ ਮਜ਼ਲੂਮਾਂ ਦੀ ਰਾਖੀ ਕਰ ਸਕਣ। ਜੀ ਜੀ। ਡਾਕਟਰ ਸਾਹਿਬ ਜਦੋਂ ਸ਼ਸਤਰ ਸ਼ਾਸਤਰ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਨਿਪੁੰਨ ਹੋ ਜਾਂਦੇ ਆ ਉਸ ਤੋਂ ਬਾਅਦ ਇੱਕ ਅਜਿਹਾ ਵੇਲਾ ਆ ਜਾਂਦਾ ਹੈ ਜਦੋਂ ਉਹਨਾਂ ਦੀ ਉਮਰ ਮਹਿਜ਼ 9 ਸਾਲ ਹੈ ਤੇ ਉਸ ਵੇਲੇ ਕੌਮ ਨੂੰ ਜ਼ਰੂਰਤ ਪੈ ਜਾਂਦੀ ਹੈ, ਹਾਲਾਤ ਉਸ ਵੇਲੇ ਇੱਦਾਂ ਦੇ ਬਣ ਜਾਂਦੇ ਆ ਵੀ ਕਿਸੇ ਇੱਕ ਦੀ ਸ਼ਹਾਦਤ ਜਿਹੜੀ ਹੈ ਉਹ ਹੁਣ ਇਸ ਅੱਤ ਦੇ ਜ਼ੁਲਮ ਨੂੰ ਥੋੜ੍ਹਾ ਜਿਹਾ ਠੱਲ ਪਾ ਸਕਦੀ ਹੈ। ਉਸ ਵੇਲੇ ਇੱਕ 9 ਸਾਲ ਦਾ ਬਾਲਕ ਆਪਣੇ ਪਿਤਾ ਨੂੰ ਕੁਰਬਾਨੀ ਲਈ ਪ੍ਰੇਰਿਤ ਕਰਦਾ। ਸੋ ਉਹ ਜਿਹੜੀ ਸ਼ਖਸੀਅਤ ਹੈ ਉਹਨਾਂ ਦੀ ਉੱਥੋਂ ਕਿਹੜੇ ਪੱਖ ਜਿਹੜੇ ਉਹਨਾਂ ਦੀ ਸ਼ਖਸੀਅਤ ਦੇ ਸਾਹਮਣੇ ਆਉਂਦੇ ਆ? ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਤਾਂ ਉਹਨਾਂ ਦਾ ਫਰਮਾਨ ਹੈ कि जो तो प्रेम खिलन का चाओ सिर तर तली गली मेरी आओ ਤਾਂ ਉਸੇ ਹੀ ਪਦ ਚਿੰਨ੍ਹਾਂ ਦੇ ਚੱਲਦੇ ਆ ਗੁਰੂ ਸਾਹਿਬ ਨੇ ਕਿਉਂਕਿ 10ਵੇਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਆ ਤਾਂ ਅਸੀਂ ਇੱਕ ਹੀ ਜੋਤ ਦੀ ਗੱਲ ਕਰਦੇ ਆ ਕਿ ਨਾਨਕ ਜੋਤ ਜਿਹੜੀ ਆ 10ਵੇਂ ਜਾਮੇ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆ ਤਾਂ ਉਸੇ ਤਰ੍ਹਾਂ ਉਹਨਾਂ ਲਿਖਾਂ ਤੇ ਚੱਲਦੇ ਹੋਏ ਗੁਰੂ ਬਾਲ ਗੋਬਿੰਦ ਰਾਏ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰੇਰਿਤ ਕਰਦੇ ਆ ਸ਼ਹਾਦਤ ਵਾਸਤੇ ਤਾਂ ਗੁਰੂ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਹੁਣ ਉਹ ਗੁਰਗੱਦੀ ਸਾਂਭਣ ਦੇ ਕਾਬਲ ਹਨ ਤਾਂ ਉਸੇ ਕਰਕੇ ਉਹ ਦਿੱਲੀ ਜਾ ਕੇ ਸ਼ਹਾਦਤ ਦਿੰਦੇ ਹਨ। 10ਮ ਗ੍ਰੰਥ ਦੇ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕਿਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸਰਲੋਕ। ਤੇ ਇਸ ਸ਼ਹਾਦਤ ਜਿਹੜੀ ਆ ਇੱਕ ਧਰਮ ਦੀ ਰੱਖਿਆ ਵਾਸਤੇ ਧਰਮ ਦੀ ਆਜ਼ਾਦੀ ਨੂੰ ਸਥਾਪਿਤ ਕਰਨ ਵਾਸਤੇ ਸੀ ਤਾਂ ਉਸੇ ਧਰਮ ਦੀ ਆਜ਼ਾਦੀ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਤੇ ਕਿਸੇ ਤਰ੍ਹਾਂ ਦਾ ਵੀ ਧਰਮ ਦਾ ਕਈ ਵਾਰ ਅਸੀਂ ਆਮ ਪੜ੍ਹ ਲੈਂਦੇ ਆ ਕਿ ਗੁਰੂ ਸਾਹਿਬ ਦਾ ਮੁਗਲਾਂ ਨਾਲ ਬੈਰ ਵਿਰੋਧ ਸੀ ਜਾਂ ਪਹਾੜੀ ਰਾਜਾ ਨਾਲ ਬੈਰ ਵਿਰੋਧ ਸੀ ਤਾਂ ਉੱਥੇ ਇਸ ਤਰ੍ਹਾਂ ਦੀ ਕਿਤੇ ਗੱਲ ਨਹੀਂ ਹੈ। ਜਿਸ ਤਰ੍ਹਾਂ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੀ ਜਾਂ ਬਾਕੀ ਗੁਰਬਾਣੀ ਦੀ ਗੱਲ ਕਰਦੇ ਹਾਂ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਾਰਾ ਜੀਓ ਤਾਂ ਉਸੇ ਉਹਨਾਂ ਲਾਈਨਾਂ ਤੇ 10ਮ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ, ਹਿੰਦੂ ਤੁਰਕ ਦੋ ਜੀ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਵੈ ਏਕੇ ਪਹਿਚਾਨ ਬੋ। ਤੋ ਸਾਰੇ ਮਨੁੱਖ ਜਿਹੜੇ ਆ ਉਹ ਊਚ ਨੀਚ ਜਾਂ ਜਾਤ ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਾਰੇ ਬਰਾਬਰ ਹਨ ਤੇ ਸਾਰੇ ਮਾਨਸ ਹਨ, ਮਾਨਸ ਜਾਤ ਹੈ, ਸਾਰੇ ਪਰਮਾਤਮਾ ਦੀ ਉਪਜ ਹਨ ਤਾਂ ਸਾਨੂੰ ਕਿਸੇ ਦੇ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ। ਉਹੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੇਵ ਜੀ ਵਾਲੀ ਹੈ ਉਹੀ ਗੁਰੂ ਗੋਬਿੰਦ ਸਿੰਘ ਜੀ ਉਸੇ ਫਿਲਾਸਫੀ ਤੇ ਚੱਲ ਰਹੇ ਹਨ ਜੀ। ਜਦੋਂ ਅਸੀਂ ਇੱਕ
ਬਾ ਕਮਾਲ ਸ਼ਖਸੀਅਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਵੇਖਦੇ ਹਾਂ। ਸਾਹਿਬੇ ਕਮਾਲ ਦੀ ਉਪਾਧੀ, ਉਸ ਤੋਂ ਬਾਅਦ ਸੰਤ ਸਿਪਾਹੀ ਦੇ ਰੂਪ ਵਿੱਚ ਉਹਨਾਂ ਨੂੰ ਵੇਖਦੇ ਹਾਂ। ਫਿਰ ਐਸੀ ਪਿਰਤ ਪਾ ਦਿੱਤੀ, ਆਮ ਤੌਰ ਦੇ ਉੱਤੇ ਅਸੀਂ ਵੇਖਦੇ ਹਾਂ ਕਿ ਗੁਰੂ ਲੋਕਾਂ ਤੀਕ, ਆਪਣੇ ਚੇਲਿਆਂ ਤੀਕ, ਆਪਣੇ ਜਿਹੜੇ ਸਿੱਖਿਆਰਥੀ ਨੇ ਜਾਂ ਆਪਣੀ ਲੀਹ ਦੇ ਚੱਲਣ ਵਾਲੇ ਅਨੁਯਾਈ ਨੇ, ਉਹਨਾਂ ਤੀਕ ਹੱਕ ਤੇ ਸੱਚ ਦਾ ਪਹਿਰਾ ਇੱਕ ਸੁਨੇਹੇ ਦੇ ਰੂਪ ਵਿੱਚ ਦੇ ਦਿੱਤਾ। ਪਰ ਆਪ ਇੱਕ ਚੇਲਾ ਬਣ ਜਾਣਾ, ਉਹਨਾਂ ਦਾ ਹੀ ਚੇਲਾ ਬਣ ਜਾਣਾ ਜਿਨ੍ਹਾਂ ਨੂੰ ਤੁਸੀਂ ਹੁਣੇ ਇੱਕ ਉਪਾਧੀ ਦਿੱਤੀ ਜਾਂ ਹੁਣੇ ਤੁਸੀਂ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਲਿਆ, ਉਹਨਾਂ ਨੂੰ ਚੇਲਾ ਬਣਾਇਆ ਤੇ ਫਿਰ ਆਪ ਗੁਰੂ ਬਣੇ ਤੇ ਫਿਰ ਉਹਨਾਂ ਨੂੰ ਗੁਰੂ ਬਣਾ ਕੇ ਤੇ ਆਪ ਉਹਨਾਂ ਦੇ ਚੇਲੇ ਬਣ ਜਾਣਾ। ਹਾਂਜੀ, ਇਸ ਤਰ੍ਹਾਂ ਦੀ ਦੇਖੋ ਸਿੱਖ ਇਤਿਹਾਸ ਗਵਾਹ ਹੈ ਕਿ ਇਸ ਤਰ੍ਹਾਂ ਦੀ ਪਿਰਤ ਜਿਹੜੀ ਆ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋ ਗਈ ਸੀ। ਜਦੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਦੇ ਆ ਤਾਂ ਆਪ ਭਾਈ ਲਹਿਣਾ ਜੀ ਨੂੰ ਮੱਥਾ ਟੇਕਦੇ ਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੰਦੇ ਹਨ। ਤਾਂ ਉਹੀ ਰੀਤ ਜਿਹੜੀ ਆ 10ਵੇਂ ਪਾਤਸ਼ਾਹ ਤੱਕ ਚੱਲਦੀ ਰਹੀ ਆ ਤੇ ਉਸੇ ਜਿਹੜੀ ਪ੍ਰਥਾ ਸੀ ਉਹਨੂੰ ਅਮਲੀ ਰੂਪ ਖਾਲਸਾ ਦੇ ਰੂਪ ਦੇ ਵਿੱਚ ਦਿੱਤਾ ਕਿ ਖਾਲਸਾ ਸਾਜਨਾ ਹੁੰਦੀ ਹੈ, 5 ਪਿਆਰੇ ਗੁਰੂ ਸਾਹਿਬ ਸਾਜਦੇ ਹਨ ਤੇ ਫਿਰ ਉਹਨਾਂ ਤੋਂ ਹੀ ਆਪ ਅੰਮ੍ਰਿਤ ਛਕਦੇ ਹਨ ਤੇ ਗੁਰੂ ਚੇਲਾ ਦੀ ਜਿਹੜੀ ਰਵਾਇਤ ਆ ਉਹਨੂੰ ਸਦੀਵੀ ਰੂਪ ਦੇ ਵਿੱਚ ਸਥਾਪਿਤ ਕਰ ਦਿੱਤਾ ਗੁਰੂ ਸਾਹਿਬ ਨੇ। ਤੇ ਇੱਕ ਆਦਰਸ਼ਕ ਮਨੁੱਖ ਦੀ ਘਾੜਨਾ ਜਿਹਦੀ ਕਲਪਨਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤੀ ਹੈ ਕਿ ਸੱਚ ਹੋ ਉਰੇ ਸਭ ਕੋ ਉੱਪਰ ਸੱਚ ਆਚਾਰ। ਇੱਕ ਆਚਰਣਵਾਦੀ ਮਨੁੱਖ, ਇੱਕ ਸੱਚਾ ਮਨੁੱਖ ਤੇ ਇੱਕ ਸਦਾਚਾਰੀ ਮਨੁੱਖ ਦੀ ਜਿਹੜੀ ਘਾੜਤ ਸੀ ਉਹ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸੀ ਤਾਂ ਉਹਨੂੰ ਸੰਪੂਰਨ ਰੂਪ ਜਿਹੜਾ ਆ ਖਾਲਸਾ ਸਾਜਨਾ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਖਸ਼ਦੇ ਹਨ। ਤੇ ਉਸ ਦੀ ਇੱਕ ਖਾਸੀਅਤ ਹੈ ਕਿ ਇਸ ਵਿੱਚ ਜੋ ਕਿ ਸਦੀਆਂ ਤੋਂ ਲਤਾੜੀ ਜਾ ਰਹੀ ਲੋਕਾਈ ਸੀ, ਜਿਹੜੀਆਂ ਨੀਚੀਆਂ ਜਾਤਾਂ ਸੀ, ਬੈਸ਼ ਜਾਂ ਸ਼ੂਦਰ, ਉਹਨਾਂ ਨੂੰ ਬਹੁਤ ਦੁਰਕਾਰਿਆ ਜਾਂਦਾ ਸੀ ਤਾਂ ਉਹਨਾਂ ਨੂੰ ਇੱਕ ਪਾਤਸ਼ਾਹੀਆਂ ਗੁਰੂ ਸਾਹਿਬ ਨੇ ਬਖਸ਼ ਦਿੱਤੀਆਂ ਕਿ ਉਹਨਾਂ ਨੂੰ ਨਾ ਵਿਦਿਆ ਦਾ ਹੱਕ ਸੀ ਤੇ ਨਾ ਸ਼ਸਤਰ ਫੜਨ ਦਾ ਹੱਕ ਸੀ। ਉਹ ਹੱਕ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਤੇ ਇਹ ਜਿਹੜੀ ਆ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੀ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਤਾਂ ਉਸੇ ਲਾਈਨ ਤੇ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੱਖ-ਵੱਖ ਜਾਤਾਂ ਦੇ ਜੋ ਵਿਅਕਤੀ ਸਨ, ਵੱਖ-ਵੱਖ ਖਿੱਤਿਆਂ ਦੇ ਵਿਅਕਤੀ ਸਨ, ਉਹਨਾਂ ਨੂੰ 5 ਪਿਆਰਿਆਂ ਦੇ ਰੂਪ ਦੇ ਵਿੱਚ ਸਾਜਦੇ ਹਨ ਤੇ ਇੱਕ ਜੋ ਨੀਚ ਊਚ ਨੀਚ ਜਾਂ ਜਾਤ ਪਾਤ ਦਾ ਜੋ ਭੇਦਭਾਵ ਆ ਉਹ ਗੁਰੂ ਸਾਹਿਬ ਨੇ ਮਿਟਾ ਦਿੱਤਾ। ਜੋ ਅੱਜ ਅਸੀਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ, ਤਾਂ ਅਸਲ ਵਿੱਚ ਡੈਮੋਕ੍ਰੇਸੀ ਜਿਹੜੀ ਆ ਉਹਦੀ ਜਿਹੜਾ ਮੁੱਢ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਬੰਨਿਆ ਤੇ ਉਸੇ ਡੈਮੋਕ੍ਰੇਸੀ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਤਾਂ ਧਰਮਾਂ ਦੀ ਆਜ਼ਾਦੀ, ਆਪਣੇ ਧਰਮ ਨੂੰ ਅਪਣਾਉਣ ਦੀ ਆਜ਼ਾਦੀ ਜਿਹੜੀ ਆ ਉਹਦਾ ਵੀ ਮੁੱਢ ਗੁਰੂ ਗੋਬਿੰਦ ਸਿੰਘ ਜੀ ਬੰਨਦੇ ਹਨ। ਡਾਕਟਰ ਸਾਹਿਬ ਤੁਸੀਂ ਯੁੱਧਾਂ ਦੀ ਗੱਲ ਕੀਤੀ ਹੈ, ਭੰਗਾਣੀ ਦਾ ਯੁੱਧ ਹੋਇਆ, ਨੰਦੌਣ ਦਾ ਯੁੱਧ ਹੋਇਆ, ਪਹਾੜੀ ਰਾਜਿਆਂ ਦੇ ਨਾਲ ਯੁੱਧ ਕੀਤਾ, ਫਿਰ ਉਸ ਤੋਂ ਬਾਅਦ ਅਜਿਹਾ ਇਤਿਹਾਸ ਆ ਪਿਛਲੇ ਦਿਨੀ ਅਸੀਂ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਨਿੱਕੀਆਂ ਜਿੰਦਾਂ, ਵੱਡੇ ਸਾਕੇ, ਉਹਨਾਂ ਨੂੰ ਅਸੀਂ ਨਤਮਸਤਕ ਹੋਏ। ਅਸੀਂ ਉਹਨਾਂ ਦਾ ਜਿਹੜਾ ਰਿਣ ਹੈ, ਸਮੁੱਚੀ ਜਿਹੜੀ ਕੌਮ ਹੈ, ਕਾਇਨਾਤ ਹੈ, ਉਹ ਚੁਕਾ ਹੀ ਨਹੀਂ ਸਕਦੀ। ਸੋ ਉਹ ਜਿਹੜੇ ਯੁੱਧ ਨੇ ਉਹ ਸਿਰਫ ਇਸ ਵਾਸਤੇ ਨਹੀਂ ਕਿ ਆਪਣਾ ਸੈਨਾ ਇਕੱਠੀ ਕੀਤੀ ਹੈ ਤੇ ਉਹਦਾ ਪ੍ਰਦਰਸ਼ਨ, ਉਹ ਇਹ ਸੀ ਵੀ ਜਿਹੜਾ ਜ਼ਾਲਮ ਹੈ ਜਾਂ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹ ਕੋਈ ਵੀ ਹੋਵੇ ਉਹਦਾ ਮਜ਼ਬੂਤੀ ਦੇ ਨਾਲ ਟਾਕਰਾ ਕਰਨਾ। ਤੇ ਉਸ ਵੇਲੇ ਜਿਹੜੀ ਕੌਮ ਸੀ ਉਹ ਬੜੀ ਮਾਯੂਸ ਜੀ, ਸ਼ਾਇਦ ਇਸੇ ਵਾਸਤੇ ਉਸ ਵੇਲੇ ਬੀਰ ਰਸ ਦੇ ਵਿੱਚ ਰਚਨਾ ਹੁੰਦੀ ਹੈ, ਉਸ ਵੇਲੇ ਚੰਡੀ ਦੀ ਵਾਰ ਆਉਂਦੀ ਹੈ। ਉਹਨਾਂ ਦੀ ਬਾਣੀ ਦੇ ਹਵਾਲੇ ਤੋਂ ਕੀ ਕਹਿਣਾ ਚਾਹੋਗੇ? ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਸਾਹਿਤ ਦੀ ਰਚਨਾ ਕੀਤੀ ਤੇ ਉਸ ਦਾ ਉਦੇਸ਼ ਗੁਰੂ ਸਾਹਿਬ ਆਪ ਹੀ ਦੱਸਦੇ ਹਨ। ਦਸਮ ਕਥਾ ਭਗਵਤ ਕੀ ਭਾਖਾ ਕਰਿ ਬਣਾਏ, ਅਬਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਬੇਸਿਕਲੀ ਧਰਮ ਯੁੱਧ ਕਦੋਂ ਲੋੜ ਪੈਂਦੀ ਧਰਮ ਯੁੱਧ ਦੀ ਕਿ ਜਦੋਂ ਜੋ ਉਸ ਵੇਲੇ ਦੇ ਰਾਜੇ ਹਨ ਜਾਂ ਹਕੂਮਤ ਹੈ ਉਹ ਪ੍ਰਜਾ ਤੇ ਜ਼ੁਲਮ ਕਰਨ ਲੱਗ ਪਵੇ ਤੇ ਜਿਹੜੀ ਪ੍ਰਜਾ ਆ ਉਹ ਆਪਣੇ ਆਪ ਨੂੰ ਬਿਲਕੁਲ ਮਜਬੂਰ ਸਮਝੇ, ਤਾਂ ਉਸ ਵੇਲੇ ਧਰਮ ਯੁੱਧ ਦੀ ਲੋੜ ਪੈਂਦੀ ਹੈ ਕਿ ਸਮਾਜ ਦੇ ਵਿੱਚ ਇੱਕ ਬਰਾਬਰੀ ਦਾ ਅਹਿਸਾਸ ਕਰਾਇਆ ਜਾਵੇ। ਤਾਂ ਉਹਦੇ ਵਾਸਤੇ ਜੋ ਉਸ ਵੇਲੇ ਪ੍ਰਚਲਿਤ ਸਾਹਿਤ ਸੀ ਉਹ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਉਸ ਵੇਲੇ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਿਹਾ। ਤਾਂ ਗੁਰੂ ਸਾਹਿਬ ਨੇ ਬਹੁਤ ਸਾਰਾ ਵੀਰ ਰਸੀ ਸਾਹਿਤ ਰਚਿਆ। ਉਹਦੇ ਵਿੱਚ ਉਹਨਾਂ ਨੇ ਇਤਿਹਾਸਕ ਹਵਾਲੇ ਦਿੱਤੇ ਹਨ ਤੇ ਮਿਥਿਹਾਸਕ ਜੋ ਪੁਰਾਣਕ ਘਟਨਾਵਾਂ ਹਨ ਉਹਨਾਂ ਦੀ ਪੁਨਰ ਵਿਆਖਿਆ ਕਰਕੇ ਉਹਨਾਂ ਨੂੰ ਵੀਰ ਰਸ ਦਾ ਰੂਪ ਦਿੱਤਾ ਤੇ ਜਿਹਨੂੰ ਪੜ੍ਹ ਕੇ ਇੱਕ ਨਤਾਣੇ ਆਪਣੇ ਆਪ ਨੂੰ ਸਮਝੀ ਬੈਠੇ ਸੀ ਤੇ ਖਾਸ ਕਰਕੇ ਵੈਸ਼ ਤੇ ਸ਼ੂਦਰ ਜੋ ਦੋ ਵਰਣ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਤੇ ਦੂਜੀ ਗੱਲ ਜਿਹੜੀ ਧਰਮ ਯੁੱਧ ਦੀ ਕਰਦੇ ਆ ਕਿ ਗੁਰੂ ਸਾਹਿਬ ਨੇ ਕਦੇ ਵੀ ਜਿਹੜੀ ਆਮ ਲੜਾਈਆਂ ਆ ਦੁਨੀਆ ਦੇ ਵਿੱਚ ਹੁੰਦੀਆਂ ਆ
ਉਹ ਜਰ ਜੋਰੂ ਤੇ ਜ਼ਮੀਨ ਲਈ ਹੁੰਦੀਆਂ ਆ। ਤੇ ਗੁਰੂ ਸਾਹਿਬ ਨੇ ਕੋਈ ਵੀ ਐਸਾ ਯੁੱਧ ਨਹੀਂ ਕੀਤਾ ਜਿਹਦੇ ਵਿੱਚ ਉਹਨਾਂ ਨੇ 1 ਇੰਚ ਵੀ ਜ਼ਮੀਨ ਜਿਹੜੀ ਆ ਉਹਨਾਂ ਨੇ ਉੱਤੇ ਕਬਜ਼ਾ ਕੀਤਾ ਹੋਵੇ ਜੀ। ਤੇ ਉਹ ਸਿਰਫ ਧਰਮ ਨੂੰ ਸਥਾਪਿਤ ਕਰਨ ਵਾਸਤੇ ਉਹ ਲੜਾਈਆਂ ਸਨ। ਜਿਸ ਤਰ੍ਹਾਂ ਪਹਿਲਾ ਯੁੱਧ ਜਿਹੜਾ ਭੰਗਾਣੀ ਦਾ ਹੁੰਦਾ ਆ, ਭੰਗਾਣੀ ਦੇ ਯੁੱਧ ਦੇ ਵਿੱਚ ਵੀ ਪਹਾੜੀ ਰਾਜੇ ਜਿਹੜੇ ਆ ਉਹ ਗੁਰੂ ਸਾਹਿਬ ਤੇ ਹਮਲਾ ਕਰਦੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਜਿਹੜੇ ਆ ਉਹਨਾਂ ਕੋਲ ਜਿਹੜੇ ਸ਼ਾਸਤਰ ਵਿਦਿਆ ਦੇ ਰਹੇ ਆ ਤਾਂ ਕੱਲ ਨੂੰ ਕਿਤੇ ਸਾਡੇ ਰਾਜਾਂ ਤੇ ਕਬਜ਼ਾ ਨਾ ਕਰ ਲੈਣ, ਜਾਂ ਉਹ ਜਿਹੜੇ ਸ਼ੂਦਰ ਆ ਜਾਂ ਵੈਸ਼ ਆ ਉਹਨਾਂ ਨੂੰ ਆਪਣੇ ਚੇਲੇ ਬਣਾ ਕੇ ਉਹਨਾਂ ਨੂੰ ਸ਼ਾਸਤਰ ਵਿਦਿਆ ਸਿਖਾ ਰਹੇ ਆ। ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਖਤਰਾ ਭਾਸਣ ਲੱਗ ਪਿਆ ਸੀ ਕਿ ਜਿਸ ਜਨਤਾ ਨੂੰ ਅਸੀਂ ਬਹੁਤ ਲੰਬੇ ਸਮੇਂ ਤੋਂ ਅਸੀਂ ਐਕਸਪਲੋਇਟ ਕਰਦੇ ਆ ਰਹੇ ਆ, ਦਬਾ ਕੇ ਰੱਖਿਆ ਆ, ਕਿਤੇ ਉਹ ਸਾਡੇ ਬਰਾਬਰ ਬੈਠਣ ਦੇ ਕਾਬਲ ਹੋ ਗਏ ਆ। ਤਾਂ ਉਹ ਗੱਲ ਕਿਤੇ ਨਾ ਕਿਤੇ ਮੁਗਲ ਰਾਜਿਆਂ ਨੂੰ ਵੀ ਤੇ ਪਹਾੜੀ ਰਾਜਿਆਂ ਨੂੰ ਵੀ ਉਹ ਰੜਕਦੀ ਸੀ। ਉਸੇ ਕਰਕੇ ਉਹਨਾਂ ਨੇ ਭੰਗਾਣੀ ਦਾ ਯੁੱਧ ਕੀਤਾ ਜੀ। ਤੇ ਉਸ ਭੰਗਾਣੀ ਦੇ ਯੁੱਧ ਦੇ ਵਿੱਚ ਜਿੰਨੀਆਂ ਯੁੱਧ ਗੁਰੂ ਸਾਹਿਬ ਨੇ ਲੜੇ ਆ ਉਹ ਸਾਰੇ ਅਸਾਮੀ ਯੁੱਧ ਸੀ, ਜਿੱਥੇ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਵਿੱਚ ਫੌਜ ਹੁੰਦੀ ਸੀ। ਤਾਂ ਬਹੁਤ ਹੀ ਗਿਣਤੀ ਦੀ ਫੌਜ ਨਾਲ ਗੁਰੂ ਸਾਹਿਬ ਨੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਕਿਸੇ ਵੀ ਯੁੱਧ ਦੇ ਵਿੱਚ ਹਾਰ ਨਹੀਂ ਮੰਨੀ। ਉਹਦੇ ਬਾਵਜੂਦ ਕਿ 1 ਇੰਚ ਵੀ ਕਿਸੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਦੁਨਿਆਵੀ ਪਦਾਰਥਾਂ ਨਾਲ ਕੋਈ ਮੋਹ ਨਹੀਂ ਸੀ। ਉਹ ਤਾਂ ਸਿਰਫ ਜਿਹੜੇ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਯੁੱਧਾਂ ਕੀਤੀਆਂ ਉਹਨਾਂ ਨੇ। ਭੰਗਾਣੀ ਦੇ ਯੁੱਧ ਦੀ ਗੱਲ ਕਰਦੇ ਆ ਤਾਂ ਭੰਗਾਣੀ ਦੇ ਯੁੱਧ ਜਿਹੜਾ ਕਿ ਹਲੂਰ ਦਾ ਰਾਜਾ ਜੋ ਭੀਮ ਚੰਦ ਆ ਉਹ ਫੌਜ ਲੈ ਕੇ ਆਉਂਦਾ ਆ ਤਾਂ ਗੁਰੂ ਸਾਹਿਬ ਉਹਦੇ ਵਿਰੁੱਧ ਜੰਗ ਕਰਦੇ ਆ। ਤਾਂ ਕੁਝ ਚਿਰ ਬਾਅਦ ਜੋ ਜੰਮੂ ਦਾ ਗਵਰਨਰ ਆ ਮੀਆਂ ਖਾਨ, ਉਹ ਆਲਿਫ ਖਾਨ ਨੂੰ ਆਪਣੇ ਜੋ ਜਨਰਲ ਆ ਉਹਨੂੰ ਭੇਜਦਾ ਹੈ ਜਰਨੈਲ ਨੂੰ। ਤਾਂ ਉੱਥੇ ਯੁੱਧ ਹੁੰਦਾ ਹੈ। ਤਾਂ ਨਦੌਣ ਦੇ ਯੁੱਧ ਦੇ ਵਿੱਚ ਗੁਰੂ ਸਾਹਿਬ ਕਹਿਲੂਰ ਦੇ ਰਾਜੇ ਦਾ ਸਾਥ ਦਿੰਦੇ ਹਨ। ਕਹਿਲੂਰ ਦਾ ਰਾਜਾ ਬੇਨਤੀ ਕਰਦਾ ਹੈ ਕਿ ਮੁਗਲ ਫੌਜਾਂ ਦੇ ਵਿਰੁੱਧ ਸਾਡਾ ਸਾਥ ਦਿਓ, ਤਾਂ ਗੁਰੂ ਸਾਹਿਬ ਉਹ ਭੀਮ ਚੰਦ ਦਾ ਸਾਥ ਦਿੰਦੇ ਹਨ। ਤਾਂ ਇੱਥੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਜਿਹੜੇ ਆ ਕਿਸੇ ਵੀ ਫਿਰਕੇ ਦੇ ਜਾਂ ਕਿਸੇ ਧਰਮ ਦੇ ਵਿਰੁੱਧ ਨਹੀਂ ਸਨ। ਤੇ ਉਹਦੀ ਇੱਕ ਹੋਰ ਮਿਸਾਲ ਮਿਲਦੀ ਹੈ ਕਿ ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜੋ ਕਿ ਇੱਕ ਮੁਸਲਮਾਨ ਫਕੀਰ ਹੈ ਜਿਸ ਦਾ ਕੰਮ ਭਜਨ ਬੰਦਗੀ ਕਰਨਾ ਹੈ, ਉਹ ਵੀ ਆ ਕੇ ਯੁੱਧ ਦੇ ਵਿੱਚ ਭਾਗ ਲੈਂਦਾ ਹੈ ਤੇ ਆਪਣੇ 500 ਮੁਰੀਦ ਨਾਲ ਲੈ ਕੇ ਆਉਂਦਾ ਹੈ। ਤੇ ਇਸੇ ਤਰ੍ਹਾਂ ਹੀ ਮਹੰਤ ਕਿਰਪਾਲ ਦਾਸ ਜਿਨ੍ਹਾਂ ਦੀ ਯਾਦਗਾਰ ਪੌਂਟਾ ਸਾਹਿਬ 'ਚ ਬਣੀ ਹੋਈ ਹੈ, ਉਹ ਭਗਤੀ ਕਰਨ ਵਾਲੇ ਸਾਧੂ ਸਨ, ਉਹਨਾਂ ਨੂੰ ਕੋਈ ਫਾਰਮਲ ਟ੍ਰੇਨਿੰਗ ਨਹੀਂ ਹੈ ਯੁੱਧ ਦੀ। ਤਾਂ ਉਹ ਆਪਣਾ ਮੋਟਾ ਡੰਡਾ ਲੈ ਕੇ ਆਉਂਦੇ ਆ ਤਾਂ ਉਹ ਫੌਜ ਦੇ ਜਰਨੈਲ ਨੂੰ ਇੱਕ ਡੰਡਾ ਮਾਰ ਕੇ ਹੀ ਮਾਰ ਦਿੰਦੇ ਆ। ਤਾਂ ਇਸ ਤਰ੍ਹਾਂ ਦੀ ਜਿਹੜੀ ਪ੍ਰੇਰਨਾ ਹੈ ਗੁਰੂ ਸਾਹਿਬ ਦੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਵੀਰ ਰਸ ਸਹਿਤ ਰਚ ਕੇ ਜਾਂ ਉਹਨਾਂ ਦੀ ਜਿਹੜੀ ਕੁਰਬਾਨੀ ਆ ਜਾਂ ਉਹਨਾਂ ਦਾ ਜਿਹੜੀ ਪ੍ਰੇਰਨਾ ਦਾ ਸਰੋਤ ਆ ਆਪਣੇ ਆਪ ਮੁਹਾਰੇ ਜਿਹੜੇ ਸਿੱਖਿਆ ਉਹਨਾਂ ਦੇ ਨਾਲ ਆ ਕੇ ਯੁੱਧ ਕਰਨ ਲਈ ਤਿਆਰ ਹੋ ਜਾਂਦੇ ਸੀ ਜੀ। ਝੰਡੀ ਦੀ ਵਾਰ, ਬਚਿੱਤਰ ਨਾਟਕ, ਜਾਪ ਸਾਹਿਬ, ਤੈ ਪ੍ਰਸਾਦ ਸਵਈਏ, ਚੌਪਈ ਸਾਹਿਬ ਦੀ ਰਚਨਾ, ਇਹ ਸਾਰਾ ਜਿਹੜਾ ਉਹਨਾਂ ਦਾ ਸਾਹਿਤ ਰਚਿਆ, ਉਹਨਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਹੈ, ਉਹ ਇਹ ਸੀ ਵੀ ਜ਼ੁਲਮ ਦੇ ਜਿਹੜੇ ਦਵਸਤ ਹੋਏ ਲੋਕ ਜਿਹੜੇ ਬਿਲਕੁਲ ਆਪਣੇ ਆਪ ਦੇ ਵਿੱਚ ਕਮਜ਼ੋਰ ਹੋ ਚੁੱਕੇ, ਉਹਨਾਂ ਨੂੰ ਇੱਕ ਬਲ ਦੇਣਾ। ਇੱਕ ਪਿਤਾ ਦੇ ਤੌਰ ਦੇ ਉੱਤੇ, ਇੱਕ ਪੁੱਤਰ ਦੇ ਤੌਰ ਦੇ ਉੱਤੇ ਅਸੀਂ ਉਹਨਾਂ ਨੂੰ ਵੇਖ ਲਿਆ ਕਿ ਬਾ ਕਮਾਲ ਪੁੱਤਰ ਦੀ ਭੂਮਿਕਾ ਨਿਭਾਈ। ਇੱਕ ਪਿਤਾ ਦੇ ਤੌਰ ਦੇ ਉੱਤੇ ਉਸ ਤੋਂ ਬਾਅਦ ਪੂਰੀ ਦੀ ਪੂਰੀ ਪੰਥ ਦੇ ਪਿਤਾ ਦੇ ਤੌਰ ਦੇ ਉੱਤੇ ਜਦੋਂ ਅਸੀਂ ਵੇਖਦੇ ਹਾਂ ਉਹਨਾਂ ਨੂੰ, ਤੇ ਫਿਰ ਉਹਨਾਂ ਦੀ ਕਿਹੋ ਜਿਹੀ ਸ਼ਖਸੀਅਤ ਸਾਹਮਣੇ ਆਉਂਦੀ ਹੈ। ਗੁਰੂ ਸਾਹਿਬ ਨੇ ਜੋ ਖਾਸ ਕਰਕੇ ਅਸੀਂ 10 ਗ੍ਰੰਥ ਦੀ ਗੱਲ ਕਰਦੇ ਹਾਂ, ਉਹਦੇ ਵਿੱਚ 3 ਬਾਣੀਆਂ ਸਾਡੇ ਨਿਤਨੇਮ ਦੇ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਵਿੱਚ ਜਾਪ ਸਾਹਿਬ, ਚੌਪਈ ਸਾਹਿਬ, ਤੈ ਪ੍ਰਸਾਦ ਸਵਈਏ, ਸੋ ਉਹ ਸਾਡੇ ਨਿਤਨੇਮ ਦੇ ਵਿੱਚ ਸ਼ਾਮਲ ਹਨ। ਤੇ ਅੰਮ੍ਰਿਤ ਸੰਚਾਰ ਦੀ ਜਦੋਂ ਵਿਧਾਨ ਨਿਭਾਇਆ ਜਾਂਦਾ ਆ ਤਾਂ ਉਸ ਵੇਲੇ ਵੀ ਅੰਮ੍ਰਿਤ ਤਿਆਰ ਕਰਨ ਵਾਸਤੇ ਵੀ ਇਹ 3 ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਜਾਪ ਸਾਹਿਬ ਦੇ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ ਗੁਰੂ ਸਾਹਿਬ ਵੱਲੋਂ ਕਿ ਵੱਖ-ਵੱਖ ਨਾਮਾਂ ਨਾਲ, ਵੱਖ-ਵੱਖ ਬੋਲੀਆਂ ਨਾਲ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਪਰ ਫਿਰ ਵੀ ਉਹ ਪਰਮਾਤਮਾ ਇੱਕ ਹੈ। ਤਾਂ ਉਸ ਪਰਮਾਤਮਾ ਦੀ ਉਸਤਤ ਵਾਸਤੇ ਜਿਸ ਤਰ੍ਹਾਂ ਕਾਫੀ ਜੋ ਵਿਸ਼ਲੇਸ਼ਣ ਗੁਰੂ ਸਾਹਿਬ ਯੂਜ਼ ਵਰਤਦੇ ਹਨ ਕਿ ਸदैवं ਪ੍ਰਕਾਸ਼ੇ ਅਨੁਭਵ ਪ੍ਰਕਾਸ਼, ਕਿ ਜੋ ਪਰਮਾਤਮਾ ਹੈ ਉਹੀ ਸਿਦਵੀ ਪ੍ਰਕਾਸ਼ ਦਾ ਸੋਮਾ ਹੈ ਤੇ ਉਹੀ ਸਾਡੇ ਜੀਵਨ ਨੂੰ ਰਚਨਾ ਸਕਦਾ ਹੈ। ਸਾਨੂੰ ਉਸ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ। ਤਾਂ ਵੱਖ-ਵੱਖ ਨਾਮ ਜੋ ਹਨ ਪਰਮਾਤਮਾ ਦੇ, ਉਹ ਪਰਮਾਤਮਾ ਦੇ ਵਿੱਚ ਵੱਖ-ਵੱਖ ਧਰਮਾਂ ਵਾਸਤੇ ਵਿਖੇੜਾ ਨਹੀਂ ਪੈਦਾ ਕਰਦੇ। ਪਰਮਾਤਮਾ ਇੱਕ ਹੈ ਔਰ ਸਾਨੂੰ ਉਸ ਪਰਮਾਤਮਾ ਦੀ ਜਿਹੜੀ ਆ ਆਰਾਧਨਾ ਕਰਨੀ ਚਾਹੀਦੀ ਹੈ। ਚੌਪਈ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਜਿਹੜੇ ਪਰਮਾਤਮਾ ਦੇ ਪੂਰਨ ਭਰੋਸਾ ਪ੍ਰਗਟ ਕਰਦੇ ਹਨ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਸਭ ਚਰਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪਤਪਾਰਾ, ਕਿ ਆਪਣਾ ਜਾਣ ਕੇ ਮੇਰੀ ਪਾਲਣਾ ਕਰੋ। ਤਾਂ ਗੁਰੂ ਸਾਹਿਬ ਜੋ ਪੂਰਨ ਭਰੋਸਾ ਪਰਮਾਤਮਾ ਦੇ ਵਿੱਚ ਪ੍ਰਗਟ ਕਰਦੇ ਹਨ, ਤਾਂ ਇਸ ਤਰ੍ਹਾਂ ਦਾ ਜਿਹੜਾ ਹੈ, ਇਸ ਤਰ੍ਹਾਂ ਹੀ ਜੋ ਤੈ ਪ੍ਰਸਾਦ ਸਵਈਏ ਹਨ, ਉਹ ਵੀ ਜਿਸ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਹੈ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਜਾਂ ਸਮੁੰਦਰਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਬਗਲਾ ਇਸ਼ਨਾਨ ਕਰਦਾ ਹੈ ਤਾਂ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਸਾਨੂੰ ਪ੍ਰਭੂ ਮੁਖੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪਰਮਾਤਮਾ ਦੀ ਰਚੀ ਹੋਈ ਕਾਇਨਾਤ ਨਾਲ,
परमात्मा ਦੇ ਰਚੇ ਹੋਏ ਜੀਵਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ परमात्मा ਨੂੰ ਜਿਹੜਾ ਆ ਪ੍ਰਾਪਤੀ ਕਰ ਸਕਦੇ ਹਾਂ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ, ਨਹਾਤ ਫਿਰੜੀਏ ਸਾਤ ਸਮੁੰਦਰਨ, ਲੋਕ ਗਿਓ ਪਰਲੋਕ ਗਵਾਇਓ, ਬਾਸ ਗਿਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਨ ਲਿਹੋ ਸਵੇ, ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜੋ ਪ੍ਰੇਮ ਦਾ ਸੰਦੇਸ਼ ਗੁਰੂ ਨਾਨਕ ਦੇਵ ਜੋ ਸ਼ੁਰੂ ਹੁੰਦਾ ਹੈ ਤਾਂ ਉਹਨੂੰ ਚਰਮ ਸੀਮਾ ਤੇ ਗੁਰੂ ਗੋਬਿੰਦ ਸਿੰਘ ਜੀ ਲੈ ਜਾਂਦੇ ਹਨ ਕਿ ਸਮੁੱਚੀ ਕਾਇਨਾਤ ਨੂੰ, ਸਮੁੱਚੇ ਜੀਵਾਂ ਨੂੰ ਪਿਆਰ ਕਰੋ ਤੇ ਉਸ ਪਿਆਰ ਦੇ ਵਿੱਚੋਂ ਹੀ ਅਸੀਂ ਪ੍ਰਮਾਤਮਾ ਪਾ ਸਕਦੇ ਹਾਂ। ਜੀ ਡਾਕਟਰ ਸਾਹਿਬ, ਪਿਤਾ ਦੀ ਇਸ ਗੱਲ ਕੀਤੀ ਵੀ ਉਹਨਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਵੀ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ। ਫਿਰ ਅਜਿਹੀ ਭੂਮਿਕਾ ਆਪ ਨਿਭਾ ਦੇਣੀ। ਅਸੀਂ ਆਪਣੇ ਬੱਚਿਆਂ ਨੂੰ ਮਾੜੀ ਜਿਹੀ ਝਰੀਟ ਵੀ ਆਉਂਦੀ ਹੈ ਨਾ ਤੇ ਅਸੀਂ ਤਰਾਹ ਉੱਠਦੇ ਹਾਂ, ਅਸੀਂ ਉਹਨਾਂ ਨੂੰ ਭੱਜੇ ਹੀ ਫਿਰਦੇ ਹਾਂ ਲੈ ਕੇ। ਤੇ ਉਹ ਅਕਾਲ ਪੁਰਖ ਦੇ ਭੇਜੇ ਹੋਏ ਅਜਿਹੀ ਸ਼ਖਸੀਅਤ ਦੇ ਮਾਲਕ ਜਿਨ੍ਹਾਂ ਨੇ ਸਰਬੰਸ ਹੀ ਵਾਰ ਦਿੱਤਾ, ਜ਼ਾਲਮ ਦਾ ਜ਼ੁਲਮ ਨਹੀਂ ਸਹਿਆ, ਤੇ ਨਾ ਹੀ ਉਹਨਾਂ ਬੱਚਿਆਂ ਨੇ ਜਿਨ੍ਹਾਂ ਦੀ ਅਵਸਥਾ ਸਿਰਫ 9 ਤੇ 7 ਸਾਲ, ਜਿਨ੍ਹਾਂ ਨੂੰ ਇਹ ਆਖਿਆ ਜਾਂਦਾ ਹੈ ਵੀ ਤੁਸੀਂ ਇਸਲਾਮ ਕਬੂਲ ਕਰ ਲਓ, ਅਸੀਂ ਤੁਹਾਨੂੰ ਸਾਰੀ ਦੁਨੀਆ ਦੇ ਐਸ਼ੋ ਆਰਾਮ ਦੇ ਦਿਆਂਗੇ। ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਜ਼ਰਾ ਜਿੰਨੀ ਸ਼ਿਕਨ ਨਹੀਂ ਆਉਂਦੀ ਜਦੋਂ ਉਹ ਸ਼ਹੀਦ ਹੋ ਜਾਂਦੇ ਆ। ਸੋ ਅਜਿਹਾ ਪਿਤਾ ਤੇ ਕਿੱਦਾਂ ਉਹ ਪਰਵਰਿਸ਼ ਕਰਕੇ ਤੇ ਆਪਣੇ ਬੱਚਿਆਂ ਨੂੰ ਉਸ ਰਾਹੇ ਤੋਰਦੇ ਆ। ਹਾਂਜੀ, ਦੇਖੋ ਗੁਰੂ ਸਾਹਿਬ ਦਾ ਜੋ ਪਰਮ ਉਦੇਸ਼ ਸੀ ਉਹ ਧਰਮ ਦੀ ਸਥਾਪਤੀ ਸੀ, ਧਾਰਮਿਕ ਆਜ਼ਾਦੀ ਦੀ ਸਥਾਪਤੀ ਸੀ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ, ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ। ਉਸੇ ਆਦਰਸ਼ ਤੇ ਚੱਲਦਿਆਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਤੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਹਨ ਤਾਂ ਉਸ ਵੇਲੇ ਅਸੀਂ ਆਮ ਸਾਰੇ ਜਾਣਦੇ ਹਾਂ ਕਿ ਪਹਾੜੀ ਰਾਜੇ ਆਟੇ ਦੀਆਂ ਗਊਆਂ ਬਣਾ ਕੇ ਤੇ ਮੁਗਲ ਹਕੂਮਤ ਜੋ ਹੈ ਉਹ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਤੇ ਕਸਮਾਂ ਖਾ ਕੇ ਭੇਜਦੀ ਹੈ ਕਿ ਤੁਸੀਂ ਕਿਲ੍ਹਾ ਖਾਲੀ ਕਰ ਦੇਵੋ ਤੇ ਤੁਹਾਨੂੰ ਇੱਥੋਂ ਕੁਝ ਨਹੀਂ ਕਿਹਾ ਜਾਵੇਗਾ। ਤਾਂ ਗੁਰੂ ਸਾਹਿਬ ਜਾਣਦੇ ਹੋਏ ਵੀ ਕਿ ਇਹ ਸਭ ਛਲਾਵਾ ਹੈ, ਪਰ ਉਹ ਕਹਿੰਦੇ ਧਰਮ ਚਿੰਨ੍ਹਾਂ ਦਾ ਮੈਂ ਸਤਿਕਾਰ ਕਰਨਾ ਹੈ, ਹਰ ਧਰਮ ਦਾ ਸਤਿਕਾਰ ਕਰਨਾ ਹੈ। ਤਾਂ ਉਹ ਹਿੰਦੂਆਂ ਦੇ ਧਾਰਮਿਕ ਚਿੰਨ੍ਹ ਜਾਂ ਮੁਗਲਾਂ ਦੇ ਧਾਰਮਿਕ ਚਿੰਨ੍ਹ ਜਿਹੜੇ ਆ ਉਹਦਾ ਸਨਮਾਨ ਕਰਦੇ ਹੋਏ ਉਹ ਉੱਥੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਦੇ ਹਨ ਤੇ ਸਿਰਸਾ ਨਦੀ ਤੇ ਵਿਛੋੜਾ ਹੋ ਜਾਂਦਾ ਹੈ। ਚਮਕੌਰ ਸਾਹਿਬ ਦੀ ਲੜਾਈ ਜੋ ਹੁੰਦੀ ਹੈ, ਯੁੱਧ ਹੁੰਦਾ ਹੈ, ਬਹੁਤ ਹੀ ਅਸਾਮਾ ਯੁੱਧ ਹੈ ਕਿ ਲੱਖਾਂ ਦੀ ਫੌਜ ਹੈ ਤੇ 40 ਸਿੰਘ ਗੁਰੂ ਸਾਹਿਬ ਦੇ ਨਾਲ ਹਨ ਤੇ 2 ਪਿਆਰੇ ਹਨ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਹਨ। ਤੇ ਸਿਤਮ ਦੇਖੋ ਕਿ ਜਿੱਥੇ 10 ਲੱਖ ਦੀ ਫੌਜ ਹੈ, ਉਹਨਾਂ ਕੋਲ ਪੂਰੇ ਸਾਧਨ ਹਨ, ਤਾਂ 3 ਦਿਨ ਤੱਕ ਉਹ 40 ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਤਾਂ ਗੁਰੂ ਸਾਹਿਬ ਉੱਥੇ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਕਰਕੇ ਭੇਜਦੇ ਹਨ। ਬੇਸ਼ੱਕ ਜੋ ਨਾਲ ਸਿੰਘ ਹਨ ਉਹ ਤਾਕੀਦ ਕਰਦੇ ਹਨ, ਬੇਨਤੀ ਕਰਦੇ ਹਨ ਕਿ ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਯੁੱਧ ਵਿੱਚ ਨਾ ਭੇਜੋ, ਪਰ ਗੁਰੂ ਸਾਹਿਬ ਦਾ ਜੋ ਉਦੇਸ਼ ਹੈ ਕਿ ਉਹ ਖਾਲਸਾ ਮੇਰੋ ਰੂਪ ਹੈ ਖਾਸ ਦੀ ਗੱਲ ਕਰਦੇ ਆ। ਤਾਂ ਉਹ ਉਹਨਾਂ ਨੇ ਸੱਚ ਕਰ ਵਿਖਾਇਆ ਕਿ ਮੇਰੇ ਖਾਲਸੇ ਵਿੱਚ ਤੇ ਆਪਣੇ ਪੁੱਤਰਾਂ ਦੇ ਵਿੱਚ ਕੋਈ ਭੇਦ ਨਹੀਂ ਹੈ ਤੇ ਆਪਣੇ ਪੁੱਤਰਾਂ ਦੀ ਸ਼ਹਾਦਤ ਆਪਣੇ ਅੱਖੀਂ ਦੇਖਦੇ ਹਨ। ਇਹ ਆਮ ਦੁਨਿਆਵੀ ਪੁਰਸ਼ ਜਿਹੜਾ ਇਹ ਨਹੀਂ ਕਰ ਸਕਦਾ, ਉਹ ਇੱਕ ਦੈਵੀ ਪੁਰਸ਼ ਸਨ, ਇਸੇ ਕਰਕੇ ਹੀ ਉਹ ਸਾਰਾ ਕੁਝ ਭਾਣਾ ਵਾਪਰਿਆ। ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਕਿ 7 ਤੇ 9 ਸਾਲ ਦੇ ਮਾਸੂਮ ਬੱਚੇ ਹਨ ਤੇ ਮਾਤਾ ਗੁਜਰੀ ਜੀ ਤੇ ਜਿਨ੍ਹਾਂ ਦੇ ਪਤੀ ਗੁਰਤੇਵਰ ਸਾਹਿਬ ਜੀ ਸ਼ਹਾਦਤ ਦਿੰਦੇ ਹਨ ਤੇ ਉਹ ਕਿਸ ਤਰ੍ਹਾਂ ਆਪਣੇ ਪੋਤਿਆਂ ਨੂੰ ਤਿਆਰ ਕਰਦੇ ਹਨ ਉਸ ਸ਼ਹਾਦਤ ਵਾਸਤੇ। ਤੇ 7 ਤੇ 9 ਸਾਲ ਦੇ ਉਮਰ ਦੇ ਜੋ ਬੱਚੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਕਹਾਣੀਆਂ ਸੁਣਾ ਕੇ ਉਹ ਸ਼ਹਾਦਤ ਵਾਸਤੇ ਤਿਆਰ ਕਰਦੇ ਹਨ। ਤਾਂ ਉਹ ਦੁਨੀਆ ਦੇ ਵਿੱਚ ਇੱਕ ਨਵੇਕਲੀ ਸ਼ਹਾਦਤ ਹੁੰਦੀ ਹੈ ਕਿ ਇੱਕ ਜੋ ਇਸਲਾਮਿਕ ਸ਼ਰੀਅਤ ਹੈ ਉਹਦੇ ਵੀ ਖਿਲਾਫ ਹੈ ਕਿ ਬੱਚਿਆਂ ਨੂੰ ਕੋਈ ਵੀ ਦੰਡ ਨਹੀਂ ਦਿੱਤਾ ਜਾ ਸਕਦਾ। ਉਹਨਾਂ ਸਾਰੇ ਨਿਯਮਾਂ ਨੂੰ ਕਾਨੂੰਨ ਛਿੱਕੇ ਟੰਗ ਕੇ ਹਕੂਮਤ ਜਿਹੜੀ ਹੈ ਮੌਕੇ ਦੀ ਉਹਨਾਂ ਦੀ ਸ਼ਹਾਦਤ ਕਰਦੀ ਹੈ। ਤਾਂ ਉਹ 7 ਤੇ 9 ਸਾਲ ਦੇ ਬੱਚੇ ਜਿਹੜੇ ਆ ਉਹ ਹੱਸ ਕੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਤਾਂ ਸਾਡੇ ਵਾਸਤੇ ਇੱਕ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ ਕਿ ਧਾਰਮਿਕ ਆਜ਼ਾਦੀ ਵਾਸਤੇ, ਧਾਰਮਿਕ ਅਕੀਦੇ ਵਾਸਤੇ ਜਿਹੜੀ ਆ ਕਿਸੇ ਵੀ ਤਰ੍ਹਾਂ ਸਾਨੂੰ ਡੋਲਣ ਦੀ ਲੋੜ ਨਹੀਂ, ਆਪਣੀ ਧਰਮ ਤੇ ਕਾਇਮ ਰਹਿ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਿਸਾਲ ਹੈ। ਇਸ ਤਰ੍ਹਾਂ ਦੀ ਮਿਸਾਲ ਨਾ ਦੁਨੀਆ ਦੇ ਵਿੱਚ ਹੋਈ ਹੈ ਔਰ ਨਾ ਹੀ ਕਿਤੇ ਹੋਣੀ ਹੈ। इन पुत्रन के सीस पे वार दिए सुत चार, चार मुए तो क्या हुआ जीवत कई हजार। ਤਾਂ ਉਹ ਖਾਲਸੇ ਨੂੰ ਆਪਣੇ ਪੁੱਤਰਾਂ ਦੇ ਰੂਪ ਵਿੱਚ ਦੇਖਦੇ ਹਨ। ਇਸ ਤਰ੍ਹਾਂ ਦੀ ਸ਼ਖਸੀਅਤ ਸ਼ਾਇਦ ਅਸੀਂ ਆਮ ਦੁਨਿਆਵੀ ਕਿਸੇ ਸ਼ਖਸੀਅਤ ਤੋਂ ਉਮੀਦ ਨਹੀਂ ਕਰ ਸਕਦੇ। ਤੇ ਉਹ ਗੁਰੂ ਸਾਹਿਬ ਦਾ ਹੀ ਸੀ ਕਿ ਫਿਰ ਉਸ ਤੋਂ ਬਾਅਦ ਸਰਬੰਸ ਮਾਰਨ ਤੋਂ ਬਾਅਦ ਉਹ ਦੀਨਾ ਕਾਂਗੜ ਵਿਖੇ ਜਫਰਨਾਮਾ ਲਿਖਦੇ ਆ। ਜਫਰਨਾਮਾ ਮਤਲਬ ਕਿ ਜੰਗ ਦੀ ਚਿੱਠੀ। ਅਸੀਂ ਇੱਕ ਕਈ ਵਾਰੀ ਸੋਚ 'ਚ ਪੈ ਜਾਂਦੇ ਆ ਕਿ ਇਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਆਪਣਾ ਵਸਾਇਆ ਨਗਰ ਜਿੱਥੇ ਅਨੰਦਪੁਰ ਸਾਹਿਬ, ਆਨੰਦਾਂ ਦੀ ਪੁਰੀ ਜਿਹਨੂੰ ਕਹਿੰਦੇ ਆ, ਉਹ ਛੱਡ ਦਿੱਤਾ, ਆਪਣਾ ਪਰਿਵਾਰ ਬਾਹਰ ਦਿੱਤਾ, ਸਰਬੰਸ ਬਾਹਰ ਦਿੱਤਾ
ਉਹਦੇ ਬਾਅਦ ਵੀ ਉਹ ਜਿੱਤ ਦੀ ਚਿੱਠੀ ਲਿਖ ਰਹੇ ਆ। ਉਹਨਾਂ ਦੀ ਇਖਲਾਕੀ ਜਿੱਤ ਸੀ ਕਿ ਜਿੱਥੇ ਝੂਠੀਆਂ ਕਸਮਾਂ ਖਾ ਕੇ ਮੁਗਲ ਤੇ ਪਹਾੜੀ ਰਾਜੇ ਜਿਹੜੇ ਆ ਉਹਨਾਂ ਤੇ ਹਮਲਾ ਕਰ ਦਿੰਦੇ ਹਨ, ਤਾਂ ਉੱਥੇ ਗੁਰੂ ਸਾਹਿਬ ਜਿਹੜੇ ਆ ਉਹ ਆਪਣੀ ਇਖਲਾਕੀ ਜਿੱਤ ਦੀ ਚਿੱਠੀ ਲਿਖਦੇ ਆ, ਜਿਹਨੂੰ ਪੜ੍ਹ ਕੇ ਔਰੰਗਜ਼ੇਬ ਵੀ ਜਿਹੜਾ ਆ ਉਹ ਬਹੁਤ ਰੋਂਦਾ ਹੈ ਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਾ ਹੈ ਤਾਂ ਜੋ ਆਪਣੇ ਕੀਤੇ ਦਾ ਪਛਤਾਵਾ ਕਰ ਸਕੇ। ਸੋ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਗੁਣ ਜਿਹੜੇ ਆ ਉਹ ਗੁਰੂ ਸਾਹਿਬ ਦੇ ਵਿੱਚ ਹੀ ਹੋ ਸਕਦੇ ਆ। ਉਸ ਤੋਂ ਬਾਅਦ ਖਿਦਰਾਣੇ ਦੀ ਢਾਬ, ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਗੜੀ ਛੱਡਦੇ ਆ ਤਾਂ ਉਹਨਾਂ ਦੇ ਨਾਲ 2 ਪਿਆਰੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਇੱਕ ਭਾਈ ਮਾਨ ਸਿੰਘ ਜੀ, 3 ਸਿੰਘ ਜਿਹੜੇ ਨਾਲ ਹੁੰਦੇ ਆ। ਤੇ ਜਦੋਂ ਖਿਦਰਾਣੇ ਦੀ ਢਾਬ ਤੇ ਲੜਾਈ ਹੁੰਦੀ ਆ ਤਾਂ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ, ਕਿਸ ਤਰ੍ਹਾਂ ਦਾ ਪ੍ਰਭਾਵ ਸੀ ਗੁਰੂ ਸਾਹਿਬ ਦਾ ਕਿ ਉੱਥੇ ਸਿੱਖ ਜਿਹੜੇ ਆ ਆਪਣੇ ਆਪ ਮੁਹਾਰੇ ਪਹੁੰਚ ਜਾਂਦੇ ਆ। ਤਾਂ ਉਸ ਲੜਾਈ ਦੇ ਵਿੱਚ ਵੀ ਖਿਦਰਾਣੇ ਦੀ ਢਾਬ ਦੇ ਵਿੱਚ ਵਜ਼ੀਰ ਖਾਨ ਨੂੰ ਮੂੰਹ ਦੀ ਖਾਣੀ ਪੈਂਦੀ ਆ। ਸੋ ਇਹ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਕਮਾਲ ਸੀ। ਉਹਨਾਂ ਦਾ ਵੀਰ ਰਸ ਜਿਹੜਾ ਸਾਹਿਤ ਆ ਉਹਦਾ ਕਮਾਲ ਸੀ ਕਿ ਉਹਨਾਂ ਦੇ ਸਿੱਖ ਜਿਹੜੇ ਆ ਉਹ ਹਰ ਵੇਲੇ ਮਰਨ ਦੇ ਲਈ, ਸ਼ਹੀਦ ਹੋਣ ਲਈ ਤਿਆਰ ਰਹਿੰਦੇ ਸੀ। ਤੇ ਜੇ ਕੋਈ ਬੇਮੁਖ ਵੀ ਹੋ ਕੇ ਚਲਾ ਗਿਆ, ਜਿਨ੍ਹਾਂ ਨੇ ਬੇਦਾਵਾ ਦੇ ਦਿੱਤਾ ਵੀ ਅਸੀਂ ਤੇਰੇ ਸਿੰਘ ਨਹੀਂ ਤੇ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ, ਫਿਰ ਅਖੀਰ ਦੇ ਉੱਤੇ ਉਹਨਾਂ ਨੂੰ ਅਪਣਾ ਲੈਂਦੇ ਆ। ਅਜਿਹੀ ਸ਼ਖਸੀਅਤ, ਅਜਿਹੀ ਅਦੁੱਤੀ ਸ਼ਖਸੀਅਤ ਦੇ ਮਾਲਕ, ਐਸੇ ਰਹਿਬਰ, ਐਸੇ ਪੀਰ, ਐਸੇ ਪੈਗੰਬਰ, ਐਸੇ ਵਲੀ, ਜਿਨ੍ਹਾਂ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਸੀਂ ਖੁਦ ਨਹੀਂ ਬੁੱਝ ਸਕਦੇ ਵੀ ਉਹ ਕਿਸ ਸ਼ਖਸੀਅਤ ਦੇ ਮਾਲਕ, ਤੇ ਸਮੁੱਚੀ ਕਾਇਨਾਤ ਜਿਹੜੀ ਹੈ ਉਹਨਾਂ ਦਾ ਸੁਨੇਹਾ ਕੀ ਜਾਂਦਾ ਹੈ। ਤੁਹਾਡੇ ਵੱਲੋਂ ਇਹ ਜ਼ਰੂਰ ਜਾਣਨਾ ਚਾਹਾਂਗੇ ਜਿਹੜੇ ਇਸ ਵੇਲੇ ਸਮੂਹ ਸੰਗਤ ਦੇ ਰੂਪ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ। ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਪ੍ਰਗਟ ਹੁੰਦਾ ਹੈ, ਉਹੀ ਸੰਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਸਾਨੂੰ ਕਿਸੇ ਨੂੰ ਡਰਾਉਣਾ ਨਹੀਂ ਚਾਹੀਦਾ, ਕਿਸੇ ਤੋਂ ਡਰਨਾ ਨਹੀਂ ਚਾਹੀਦਾ ਤੇ ਇੱਕ ਸਚਾਰ ਜੀਵਨ ਜਿਹੜਾ ਆ, ਇੱਕ ਸਦਾਚਾਰੀ ਜੀਵਨ ਜਿਹੜਾ ਆ ਉਹ ਬਤੀਤ ਕਰਨਾ ਚਾਹੀਦਾ, ਇੱਕ ਆਦਰਸ਼ਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜੇ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਊਚ ਨੀਚ ਜਾਂ ਜਾਤ ਪਾਤ ਦੇ ਭੇਦਭਾਵ ਤੋਂ ਜਾਂ ਫਿਰਕਿਆਂ ਦੇ ਭੇਦਭਾਵ ਤੋਂ ਮੁਕਤ ਹੋ ਜਾਈਏ ਤਾਂ ਮੇਰਾ ਖਿਆਲ ਆ ਕਿ ਇਹ ਸਮਾਜ ਜਿਹੜਾ ਆ, ਇਹ ਜੋ ਅਸੀਂ ਨਿਤ ਦਾ ਦੇਖਦੇ ਹਾਂ ਕਿ ਯੁੱਧ ਹੋ ਰਹੇ ਆ ਵਿਸ਼ਵ ਦੇ ਵਿੱਚ ਤੇ ਉਹ ਵਿਸ਼ਵ ਸ਼ਾਂਤੀ ਨੂੰ ਖਤਰਾ ਬਣਿਆ ਹੋਇਆ ਹੈ। ਜੇ ਹਰ ਇੱਕ ਮਨੁੱਖ ਸਦਾਚਾਰੀ ਹੋ ਜਾਵੇ, ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਇੱਕ ਆਦਰਸ਼ਕ ਜੀਵਨ ਧਾਰ ਲੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਦੇਵੇ, ਤਾਂ ਮੇਰਾ ਖਿਆਲ ਆ ਕਿ ਦੁਨੀਆ ਦੇ ਵਿੱਚ ਕੋਈ ਵੀ ਦੁੱਖ ਨਹੀਂ ਰਹੇਗਾ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਲਪਨਾ ਕਰਦੇ ਆ ਬੇਗਮਪੁਰਾ ਸ਼ਹਿਰ ਕੋ ਨਾਉ, ਤਾਂ ਉਸ ਤਰ੍ਹਾਂ ਦਾ ਸਮਾਜ ਜਿਹੜਾ ਆ ਉਹ ਸਿਰਜਿਆ ਜਾ ਸਕਦਾ ਹੈ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦੀ ਲੋੜ ਹੈ ਤੇ ਉਹ ਵਿਚਾਰ ਕਰਨ ਦੀ ਲੋੜ ਹੈ। ਜਿੱਥੇ ਅਸੀਂ ਇਹ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਇਸ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿੱਥੋਂ ਤੱਕ ਹੋ ਸਕੇ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪਾਲਣ ਕਰੀਏ ਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਤੁਰਨ ਦਾ ਯਤਨ ਕਰੀਏ। ਜੀ ਡਾਕਟਰ ਸਾਹਿਬ, ਤੁਸੀਂ ਬੜੇ ਵਿਸਥਾਰ ਦੇ ਨਾਲ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਏ ਤੇ ਅਦੁੱਤੀ ਸ਼ਖਸੀਅਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਵਿਅਕਤੀਤਵ ਕਿਹੋ ਜਿਹਾ ਸੀ ਉਹਦੇ ਬਾਰੇ ਚਾਨਣਾ ਪਾਇਆ। ਕਿਹੋ ਜਿਹੀ ਸ਼ਖਸੀਅਤ ਸੀ ਉਹਨਾਂ ਦੀ, ਵੀ ਉਹ ਕੀ ਕਰਕੇ ਗਏ ਨੇ ਇਸ ਦੁਨੀਆ ਦੇ ਉੱਤੇ, ਕਿਹੜੇ ਪੂਰਨੇ ਪਾ ਕੇ ਗਏ ਨੇ ਤੇ ਸਾਨੂੰ ਕੀ ਸੁਨੇਹਾ ਦੇ ਕੇ ਗਏ ਨੇ ਵੀ ਅਸੀਂ ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ। ਅਸੀਂ ਇਸ ਦੁਨੀਆ ਦੇ ਉੱਤੇ, ਅਸੀਂ ਇਸ ਪੂਰੀ ਲੁਕਾਈ ਦੇ ਉੱਤੇ ਉਹਨਾਂ ਨੂੰ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਸਥਾਪਿਤ ਕਰਕੇ ਉਹਨਾਂ ਦੇ ਮਾਰਗ ਤੇ ਚੱਲਣਾ ਹੈ। ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।